ਪਿਆਰੇ ਬੱਚਿਓ, ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ 6ਵੀਂ ਜਮਾਤ ਦੀ ਪੰਜਾਬੀ ਦੂਜੀ ਭਾਸ਼ਾ ਦਾ ਪਹਿਲਾ ਪਾਠ ਪੰਜਾਬ ਦੀ ਮਿੱਟੀ ਕਰਨ ਜਾ ਰਹੇ ਹਾਂ। ਪੰਜਾਬ ਦੀ ਮਿੱਟੀ ਇੱਕ ਕਵਿਤਾ ਹੈ ਜੋ ਸਰਦਾਰ ਅੰਜੁਮ ਦੇ ਦੁਆਰਾ ਲਿਖੀ ਗਈ ਹੈ, ਭਾਵ ਕਿ ਇਸ ਦੇ ਲੇਖਕ ਸਰਦਾਰ ਅੰਜੁਮ ਹਨ। ਇਹ ਕਵਿਤਾ ਸਾਡੇ ਦੇਸ਼ ਦੇ ਪੰਜਾਬ ਪ੍ਰਾਂਤ ਦੀ ਖੁਸ਼ਹਾਲੀ ਬਾਰੇ, ਉਸ ਦੀ ਸਮਰਿੱਧੀ ਬਾਰੇ ਦੱਸਦੀ ਹੈ। ਵਿਸ਼ੇਸ਼ ਰੂਪ ਵਿੱਚ ਕਵੀ ਪੰਜਾਬ ਦੀ ਧਰਤੀ ਦੇ ਵਿਸ਼ੇਸ਼ਤਾ ਦੱਸਦਾ ਹੋਇਆ ਇੱਥੋਂ ਦਾ ਗੁਣਗਾਨ ਕਰ ਰਿਹਾ ਹੈ, ਜਿਸ ਨੂੰ ਅਸੀਂ ਕਵਿਤਾ ਦੇ ਨਾਲ ਨਾਲ ਸਮਝਾਂਗੇ। ਪਰ ਆਓ ਸਭ ਤੋਂ ਪਹਿਲਾਂ ਇਸ ਕਵਿਤਾ ਨੂੰ ਇੱਕ ਵਾਰੀ ਰੀਡ ਕਰ ਲੈਂਦੇ ਹਾਂ, ਪੜ੍ਹ ਲੈਂਦੇ ਹਾਂ। ਪੰਜਾਬ ਦੀ ਮਿੱਟੀ। ਇਹਦਾ ਰੰਗ ਸੰਧੂਰੀ ਹੈ, ਇਹ ਗੋਰੀ ਚਿੱਟੀ ਹੈ, ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ। ਇਸ ਮਿੱਟੀ ਵਿੱਚ ਕੋਈ ਕੁੜੱਤਨ ਕਿੱਦਾਂ ਕੋਈ ਉਗਾਵੇ, ਇਹ ਮਿੱਟੀ ਤਾਂ ਘਰ ਘਰ ਜਾ ਕੇ ਪਿਆਰ ਦਾ ਬੂਟਾ ਲਾਵੇ। ਪੁੱਛ ਲਓ ਫਕੀਰਾਂ ਤੋਂ, ਪੁੱਛ ਲਓ ਫਕੀਰਾਂ ਤੋਂ, ਇਹਦੀ ਬਾਣੀ ਮਿੱਠੀ ਹੈ, ਇਸ ਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ। ਕਰੋ ਦੁਆ ਕਦੇ ਇਸ ਮਿੱਟੀ ਤੇ ਉਹ ਮੌਸਮ ਨਾ ਆਵੇ, ਕਰੋ ਦੁਆ ਕਦੇ ਇਸ ਮਿੱਟੀ ਤੇ ਉਹ ਮੌਸਮ ਨਾ ਆਵੇ, ਇਸ ਚੋਂ ਉਗਿਆ ਹਰ ਕੋਈ ਸੂਰਜ ਕਾਲਖ ਹੀ ਬਣ ਜਾਵੇ। ਰੱਬ ਦੇ ਘਰ ਤੋਂ ਅੰਜੁਮ ਆਈ ਇਹ ਚਿੱਠੀ ਹੈ, ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ। ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ। ਸੋ ਸਭ ਤੋਂ ਪਹਿਲਾਂ ਤਾਂ ਬੱਚਿਓ, ਜਿਵੇਂ ਮੈਂ ਤੁਹਾਨੂੰ ਕਵਿਤਾ ਪਾਠ ਕਰਕੇ ਦਿਖਾਇਆ ਹੈ, ਭਾਵ ਕਿ ਕਵਿਤਾ ਨੂੰ ਪੜ੍ਹਨਾ ਕਿੱਦਾਂ ਹੈ, ਬੋਲਣਾ ਕਿੱਦਾਂ ਹੈ, ਠੀਕ ਹੈ। ਇਸੇ ਤਰ੍ਹਾਂ ਤੁਸੀਂ ਵੀ ਕੋਸ਼ਿਸ਼ ਕਰਨੀ ਹੈ, ਇਸ ਨੂੰ ਰੀਡ ਕਰਨਾ, ਇਸ ਨੂੰ ਪੜ੍ਹਨਾ ਹੈ। ਆਪਣੇ ਆਪਣੇ ਢੰਗ ਨਾਲ ਪੜ੍ਹੋ, ਆਪਣੇ ਆਪਣੇ ਤਰੀਕੇ ਨਾਲ ਪੜ੍ਹੋ, ਕੋਈ ਸਮੱਸਿਆ ਨਹੀਂ ਹੈ। ਬਟ ਮੇਨ ਚੀਜ਼ ਕੀ ਹੈ, ਸਭ ਤੋਂ ਪਹਿਲਾਂ ਇਸ ਦੇ ਭਾਵ ਨੂੰ ਸਮਝਣਾ ਆਪਾਂ। ਕਵੀ ਕਹਿੰਦਾ ਹੈ ਕਿ ਇਹਦਾ ਰੰਗ ਸੰਧੂਰੀ ਹੈ, ਇਹ ਗੋਰੀ ਚਿੱਟੀ ਹੈ। ਸੰਧੂਰੀ ਕੀ ਹੁੰਦਾ ਹੈ? ਜਿਵੇਂ ਸੰਧੂਰ ਹੁੰਦਾ ਹੈ, ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਣਾ ਹੈ ਕਿ ਲਾਲਿਮਾ ਹੁੰਦੀ, ਉਹਦੇ ਵਿੱਚ ਇੱਕ ਲਾਲ ਜਿਹੇ ਰੰਗ ਦਾ ਹੁੰਦਾ ਹੈ, ਸੰਤਰੀ ਜਿਹੇ ਰੰਗ ਦਾ ਵਿੱਚ ਮਿਕਸ ਕਰਕੇ ਬਣਿਆ ਹੁੰਦਾ ਸੰਧੂਰ। ਉਹਦਾ ਰੰਗ ਹੁੰਦਾ ਅਲੱਗ ਤੋਂ ਹੀ, ਉਹਨੂੰ ਤਾਂ ਹੀ ਉਹਨੂੰ ਸੰਧੂਰੀ ਵੀ ਕਿਹਾ ਜਾਂਦਾ, ਸੰਧੂਰੀ ਰੰਗ ਵੀ ਆਪਾਂ ਕਹਿੰਦੇ ਹਾਂ, ਜੋ ਕਿ ਬੜਾ ਹੀ ਚੰਗਾ ਅਤੇ ਸੋਹਣਾ ਵਧੀਆ ਮੰਨਿਆ ਜਾਂਦਾ। ਤੇ ਕਵਿਤਾ ਪੰਜਾਬ ਦੀ ਜੋ ਧਰਤੀ ਹੈ, ਇੱਥੋਂ ਦੀ ਮਿੱਟੀ ਹੈ, ਠੀਕ ਹੈ, ਉਹਨੂੰ ਕਹਿ ਰਿਹਾ ਹੈ ਕਿ ਵੀ ਇਹ ਗੋਰੀ ਚਿੱਟੀ ਹੈ, ਇਹਦਾ ਰੰਗ ਕੀ ਹੈ? ਸੰਧੂਰੀ ਹੈ। ਤੇ ਇਹ ਗੋਰੀ ਚਿੱਟੀ ਹੈ, ਭਾਵ ਕਿ ਬਹੁਤ ਹੀ ਮਿੱਟੀ ਦੀ, ਭਾਵੇਂ ਆਪਾਂ ਕਹਿੰਦੇ ਹਾਂ ਕਿ ਦੇਖੋ ਮਿੱਟੀ ਹੁੰਦੀ ਹੈ, ਮਿੱਟੀ ਤਾਂ ਗੰਦਾ ਕਰਦੀ ਹੈ ਜੀ, ਮਿੱਟੀ ਤਾਂ ਡਸਟ ਹੁੰਦੀ ਹੈ, ਨਹੀਂ। ਮਿੱਟੀ ਵੀ ਆਪਣੇ ਦੇਸ਼ ਦੀ ਜਿਹਦੇ ਨਾਲ ਲਗਾਓ ਹੁੰਦਾ, ਜਿੱਥੇ ਵਿਅਕਤੀ ਜੰਮਦਾ ਹੈ ਉਹਦੇ ਨਾਲ, ਉਹ ਵੀ ਉੱਥੋਂ ਦੀ ਮਿੱਟੀ ਹੀ, ਉੱਥੋਂ ਦੀ ਧਰਤੀ ਹੀ, ਭਾਵ ਮਿੱਟੀ ਤੋਂ ਭਾਵ ਕੀ ਹੈ? ਧਰਤੀ, ਉਹੀ ਉਹਨੂੰ, ਉਸ ਇਨਸਾਨ ਨੂੰ ਵਧੀਆ ਲੱਗਦੀ। ਜਿਵੇਂ ਹਰ ਇੱਕ ਮਾਂ ਨੂੰ ਆਪਣਾ ਬੱਚਾ ਸਭ ਤੋਂ ਸੋਹਣਾ ਲੱਗਦਾ ਹੈ, ਹਰ ਇੱਕ ਬੱਚੇ ਨੂੰ ਆਪਣੀ ਮਾਂ ਸਾਰਿਆਂ ਨਾਲੋਂ ਸੋਹਣੀ ਲੱਗਦੀ ਹੈ, ਇਸੇ ਤਰ੍ਹਾਂ ਹੀ ਆਪਾਂ ਜੋ ਹੈ ਧਰਤੀ, ਆਪਾਂ ਕੀ ਕਹਿੰਦੇ ਹਾਂ? ਭਾਰਤ ਮਾਤਾ, ਜੋ ਜਿੱਥੇ ਵਿਅਕਤੀ ਜੰਮਿਆ ਪਲਿਆ ਹੁੰਦਾ ਹੈ, ਜੰਮਦਾ ਹੈ, ਜਿੱਥੇ ਸਾਰੀ ਜ਼ਿੰਦਗੀ ਰਹਿੰਦਾ ਹੈ, ਹੈ ਨਾ, ਉਹ ਧਰਤੀ ਨੂੰ ਆਪਾਂ ਕਹਿੰਦੇ ਹਾਂ ਮਾਤਰ ਭੂਮੀ। ਤੇ ਆਪਣੀ ਮਾਤ ਭੂਮੀ, ਆਪਣੀ ਜਗ੍ਹਾ ਜਿੱਥੇ ਉਹ ਜੰਮਦਾ ਹੈ, ਉਹ ਉਹਨੂੰ ਹਮੇਸ਼ਾ ਹੀ ਵਧੀਆ ਲੱਗਦੀ ਹੈ ਤੇ ਉਹਦੀ ਸਿਫਤ ਕਰਦਾ ਹੈ। ਇਸੇ ਤਰ੍ਹਾਂ ਜੋ ਪੰਜਾਬ ਦੇ ਵਿੱਚ ਪੈਦਾ ਹੋਇਆ ਹੈ, ਆਪਣੀ ਮਾਤਰ ਭੂਮੀ ਪੰਜਾਬ ਦੀ ਧਰਤੀ ਨੂੰ ਉਹਦੀ ਸਿਫਤ ਕਰਦਾ ਹੋਇਆ ਕਹਿ ਰਿਹਾ ਹੈ ਕਿ ਇਹਦਾ ਰੰਗ ਬਹੁਤ ਵਧੀਆ ਹੈ, ਬਹੁਤ ਸੋਹਣਾ ਸੰਧੂਰੀ ਹੈ, ਤੇ ਇਹ ਗੋਰੀ ਚਿੱਟੀ ਹੈ, ਇਹਨੂੰ ਮੈਲੀ ਨਾ ਕਰਨਾ, ਮੇਰੇ ਪੰਜਾਬ ਦੀ ਮਿੱਟੀ ਹੈ। ਕਹਿੰਦਾ ਹੈ ਕਿ ਸੋਹਣੀ ਚੀਜ਼ ਬੱਚਿਓ ਕੋਈ ਵੀ ਹੋਵੇ, ਆਪਾਂ ਕਹਿੰਦੇ ਹਾਂ ਵੀ ਉਹਨੂੰ ਸਵਾਰ ਕੇ ਰੱਖੀਏ, ਉਹਨੂੰ ਅੱਛਾ ਰੱਖੀਏ, ਉਹਨੂੰ ਗੰਦਾ ਨਾ ਕਰੀਏ। ਇਸੇ ਕਰਕੇ ਆਪਾਂ ਘਰ ਦੇ ਵਿੱਚ ਡੇਲੀ ਸਫਾਈ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਆਪਣਾ ਘਰ ਜੋ ਹੈ ਉਹ ਅੱਛਾ ਲੱਗਣਾ ਚਾਹੀਦਾ ਹੈ, ਉੱਥੇ ਕਚਰਾ ਖਲਾਰਾ ਇਹ ਚੀਜ਼ ਆਪਾਂ ਨੂੰ ਅੱਛੀ ਨਹੀਂ ਲੱਗਦੀ। ਇਸੇ ਤਰ੍ਹਾਂ ਉਹ ਇਹ ਕਹਿ ਰਿਹਾ ਹੈ ਕਵੀ ਕਿ
ਇਸ ਧਰਤੀ ਨੂੰ, ਭਾਵ ਕਿ ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਹੈ। ਹੁਣ ਮੈਲੀ ਕਰਨ ਤੋਂ ਭਾਵ ਕੀ ਹੈ? ਇਸ ਦਾ ਅੰਦਾਜ਼ਾ ਸਾਨੂੰ ਅਗਲੀਆਂ ਲਾਈਨਾਂ ਤੋਂ ਵੀ ਲੱਗਦਾ ਹੈ, ਜਿਸ ਵਿੱਚ ਕਵੀ ਕਹਿ ਰਿਹਾ ਹੈ ਕਿ ਇਸ ਮਿੱਟੀ ਵਿੱਚ ਕੋਈ ਕੁੜੱਤਣ ਕਿੱਦਾਂ ਕੋਈ ਉਗਾਵੇ, ਇਹ ਮਿੱਟੀ ਤਾਂ ਘਰ ਘਰ ਜਾ ਕੇ ਪਿਆਰ ਦਾ ਬੂਟਾ ਲਾਵੇ। ਭਾਵ ਕਿ ਕਵੀ ਹੈ ਕਿ ਇੱਥੋਂ ਦੇ ਜਿਹੜੇ ਲੋਕ ਨੇ, ਜੋ ਇੱਥੋਂ ਦੇ ਵਸਨੀਕ ਨੇ, ਉਹ ਪ੍ਰੇਮ ਪਿਆਰ ਦੇ ਨਾਲ ਹੀ ਰਹਿਣਾ ਪਸੰਦ ਕਰਦੇ ਹਨ, ਠੀਕ ਹੈ, ਅਤੇ ਹਮੇਸ਼ਾ ਇੱਕ ਦੂਜੇ ਦੀ ਹੈਲਪ ਕਰਦੇ ਹਨ, ਮਦਦ ਕਰਨਾ ਪਸੰਦ ਕਰਦੇ ਹਨ, ਮਿਲ ਜੁਲ ਕੇ ਰਹਿਣਾ ਪਸੰਦ ਕਰਦੇ ਹਨ, ਠੀਕ ਹੈ। ਇਸ ਕਰਕੇ ਇਸੇ ਜੋ ਇਹ ਗੁਣ ਹੈ ਮਿਲ ਜੁਲ ਕੇ ਰਹਿਣ ਦਾ, ਇੱਕ ਦੂਜੇ ਨਾਲ, ਹੈ ਨਾ, ਅਤੇ ਇੱਕ ਹੈਲਪ ਕਰਨ ਦਾ, ਮਦਦ ਕਰਨ ਦਾ, ਆਓ ਭਗਤ ਕਰਨ ਦਾ, ਠੀਕ ਹੈ, ਇਸ ਗੁਣ ਦੇ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਮੈਲੀ ਕਰਨ ਤੋਂ ਭਾਵ ਇਹੀ ਹੈ ਕਿ ਬੁਰੇ ਗੁਣ ਨਹੀਂ ਹੋਣੇ ਚਾਹੀਦੇ ਇੱਥੋਂ ਦੇ ਲੋਕਾਂ ਦੇ ਵਿੱਚ। ਈਰਸ਼ਾ ਕਰਨਾ, ਲੜਾਈ ਕਰਨਾ, ਝਗੜੇ ਕਰਨਾ, ਹੈ ਨਾ, ਇਸ ਤਰ੍ਹਾਂ ਦੇ ਅਵਗੁਣ ਨੇ ਜਿਹੜੇ, ਉਹ ਇੱਥੋਂ ਦੇ ਲੋਕਾਂ ਦੇ ਵਿੱਚ ਨਹੀਂ ਹੋਣੇ ਚਾਹੀਦੇ। ਮੈਲੀ ਕਰਨ ਤੋਂ ਭਾਵ ਅਵਗੁਣਾਂ ਤੋਂ ਹੈ। ਤੇ ਲਈ ਇਹਨਾਂ ਲੈਣਾ ਵਿੱਚੋਂ ਕਵੀ ਇਹੀ ਗੱਲ ਕਹਿੰਦਾ ਕਿ ਇਸ ਮਿੱਟੀ ਵਿੱਚ ਕੋਈ ਕੁੜੱਤਣ, ਕੁੜੱਤਣ ਕੀ ਹੁੰਦਾ? ਕੌੜਾਪਨ, ਕੜਵਾਪਨ ਜਿਸਕੋ ਬੋਲਤੇ हैं। ਕਿੱਦਾਂ ਕੋਈ ਉਗਾਵੇ ਕਿ ਇਸ ਧਰਤੀ ਦੇ ਵਿੱਚ ਕੋਈ ਕੜਵੀ ਚੀਜ਼ ਪੈਦਾ ਨਹੀਂ ਹੋ ਸਕਦੀ। ਇੱਥੇ ਹਮੇਸ਼ਾ ਮਿੱਠੇ ਫਲ ਹੀ ਲੱਗਦੇ ਹਨ ਇੱਥੋਂ ਦੇ ਰੁੱਖਾਂ ਨੂੰ। ਕਹਿਣ ਦਾ ਭਾਵ ਕੀ ਹੈ ਕਿ ਕੁੜੱਤਣ ਤੋਂ ਭਾਵ ਕੀ ਹੈ? ਅਵਗੁਣ। ਵੀ ਇੱਥੋਂ ਦੇ ਲੋਕਾਂ ਦੇ ਵਿੱਚ ਕੋਈ ਅਵਗੁਣ ਪੈਦਾ ਨਹੀਂ ਕਰ ਸਕਦਾ, ਅਵਗੁਣਾਂ ਨੂੰ ਫੈਲਾ ਨਹੀਂ ਸਕਦਾ, ਕਿਉਂਕਿ ਇੱਥੋਂ ਦੇ ਲੋਕ ਤਾਂ ਹਮੇਸ਼ਾ ਪਿਆਰ ਦਾ ਬੂਟਾ ਲਾਉਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ। ਮਤਲਬ ਕਿ ਇੱਕ ਦੂਜੇ ਨਾਲ ਮਿਲ ਜੁਲ ਕੇ ਪਿਆਰ ਨਾਲ ਰਹਿਣ ਵਿੱਚ ਹੀ ਵਿਸ਼ਵਾਸ ਰੱਖਦੇ ਹਨ। ਤਾਂ ਹੀ ਇਹ ਕਿਹਾ ਕਿ ਇਹ ਮਿੱਟੀ ਤਾਂ ਘਰ ਘਰ ਜਾ ਕੇ ਪਿਆਰ ਦਾ ਬੂਟਾ ਲਾਵੇ। ਪੁੱਛ ਲਓ ਫਕੀਰਾਂ ਤੋਂ, ਇਹਦੀ ਬਾਣੀ ਮਿੱਠੀ ਹੈ। ਬੱਚਿਓ, ਪੰਜਾਬ ਦੀ ਧਰਤੀ ਪੰਜਾਂ ਪੀਰਾਂ, ਪੰਜਾਂ ਪਾਣੀਆਂ, ਠੀਕ ਹੈ, ਗੁਰੂਆਂ, ਸੰਤਾਂ, ਪੀਰਾਂ, ਫਕੀਰਾਂ ਦੀ ਧਰਤੀ ਕਰਕੇ ਵੀ ਜਾਣੀ ਜਾਂਦੀ ਹੈ। ਇਸ ਲਈ ਕਵੀ ਇਹ ਕਹਿ ਰਿਹਾ ਕਿ ਭਾਵੇਂ ਤੁਸੀਂ ਇੱਥੇ ਅਲੱਗ-ਅਲੱਗ ਸਮੇਂ ਦੇ ਵਿੱਚ ਹੋਏ ਫਕੀਰਾਂ ਤੋਂ ਵੀ ਪੁੱਛ ਲਓ ਵੀ ਇੱਥੋਂ ਦੀ ਲੋਕ ਬਾਣੀ ਮਿੱਠੀ ਹੈ, ਤੋਂ ਭਾਵ ਕਿ ਇੱਥੋਂ ਦੇ ਲੋਕ ਮਿੱਠ ਬੋਲੜੇ ਹਨ, ਉਹਨਾਂ ਦੇ ਸੁਭਾਅ ਮਿੱਠੇ ਹਨ, ਕੜਵੇ ਨਹੀਂ ਹਨ। ਉਹ ਅੱਛੇ ਹਸਮੁਖ ਸੁਭਾਅ ਦੇ ਲੋਕ ਹਨ, ਜ਼ਿੰਦਾ ਦਿਲ ਲੋਕ ਹਨ, ਮਿੱਠਾ ਬੋਲਦੇ ਹਨ। ਇਸ ਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਹੈ, ਕਿ ਕਿਤੇ ਕੜਵਾਪਨ ਨਾ ਆ ਜਾਏ ਸਾਡੇ ਹਿਰਦਿਆਂ ਦੇ ਵਿੱਚ, ਸਾਡੇ ਦਿਲਾਂ ਦੇ ਵਿੱਚ ਇੱਕ ਦੂਜੇ ਪ੍ਰਤੀ ਈਰਖਾ, ਦਵੇਸ਼, ਨਫ਼ਰਤ, ਹੈ ਨਾ, ਐਸੀਆਂ ਭਾਵਨਾਵਾਂ, ਜਲਸ, ਐਸੀਆਂ ਭਾਵਨਾਵਾਂ ਪੈਦਾ ਨਾ ਹੋਣ। ਅੱਗੇ ਕਵੀ ਕਹਿੰਦਾ ਹੈ ਕਿ ਕਰੋ ਦੁਆ ਕਦੇ ਇਸ ਮਿੱਟੀ ਤੇ ਉਹ ਮੌਸਮ ਨਾ ਆਵੇ, ਇਸ ਚੋਂ ਉਗਿਆ ਹਰ ਕੋਈ ਸੂਰਜ ਕਾਲਖ ਹੀ ਬਣ ਜਾਵੇ। ਕਵੀ ਕਹਿੰਦਾ ਕਿ ਦੁਆ ਕਰੋ ਪਰਮਾਤਮਾ ਅੱਗੇ, ਹਰ ਸਮੇਂ, ਹਰ ਰੋਜ਼ ਹੱਥ ਜੋੜ ਕੇ ਇਹ ਬੇਨਤੀ ਕਰਨੀ ਚਾਹੀਦੀ ਹੈ, ਦੁਆ ਕਰਨੀ ਚਾਹੀਦੀ ਹੈ ਕਿ ਹੇ ਪ੍ਰਭੂ, ਇਸ ਮਿੱਟੀ ਤੇ ਭਾਵ ਇਸ ਧਰਤੀ ਦੇ ਉੱਪਰ ਕਦੀ ਵੀ, ਮੌਸਮ ਤੋਂ ਕੀ ਭਾਵ ਹੈ? ਸਮਾਂ। तो कहने का भाव कि ऐसा मौसम, मतलब कि समा इस मिट्टी ते ऐसा कदे ना आवे कि इस चों उगया हर कोई सूरज कालख ही बन जावे। सूरज तो की भाव है? सूरज तो भाव बच्चों इत्थे पैदा होने वाली नवी पनीरी तो लिया गया है। नवी पनीरी भाव की नवी न्यू जनरेशन, जिमें कि अजोकी नवी जनरेशन कौन हो? तुसी हो। तो सूरज तो भाव की है? नवी पीढ़ी। ऐदा ना होवे कि इत्थे पैदा होने वाली जो नवी पीढ़ी है इस धरती के उपर जो पैदा होएगी वो कालख ही बन जाएगी। कालख की हुंदी है? जो काला कर देंदी है, जिन्हों आपां हथ लगाने हैं तो हथ काले हो जाते हैं। ठीक है, कि कालख ही बन जावे, ऐसा ना होवे। कालख तो भाव की है? कालख तो भाव है कि अवगुणा की भरी हुई ना होवे। सूरज की हुंदा? देखो सूरज का गुण हुंदा है कि वह प्रकाश दिंदा है ते लाइट दिंदा है, पूरे जगत नूं प्रकाशमान करके रस्ता दिखाउंदा है। कि इस तरह के लोग होने चाहिए हैं जो इत्थे पैदा होण। ऐसे ना होण कि जो कालख ही बन जाण, कि जिन्हां कोई जिन्हां दे कोल भी कोई आउणा पसंद ना करे। कि तुसीं अपने किसी भी चीज़ नूं, गंदी चीज़ नूं हथ लगाना पसंद करोगे? नहीं ना करोगे,
ਕਿਉਂਕਿ ਤੁਹਾਡੇ ਹੱਥ ਗੰਦੇ ਹੋ ਜਾਣਗੇ, ਕੱਪੜੇ ਗੰਦੇ ਹੋ ਜਾਣਗੇ। ਕਾਲਖ ਨੂੰ ਹੱਥ ਲਾਇਆ ਕੀ ਹੁੰਦਾ? ਆਪਣੇ ਆਪ ਨੂੰ ਹੀ ਗੰਦਾ ਕਰਦੇ ਹਾਂ ਆਪਾਂ। ਇਸੇ ਤਰ੍ਹਾਂ ਬੁਰੇ ਮਨੁੱਖ ਦੀ, ਅਵਗੁਣਾ ਭਰੇ ਮਨੁੱਖ ਦੀ ਸੰਗਤ ਕਰਨਾ ਵੀ ਕੋਈ ਪਸੰਦ ਨਹੀਂ ਕਰਦਾ। ਇਸ ਕਰਕੇ ਕਵੀ ਚਿੰਤਾ ਕਰਦਾ ਹੋਇਆ ਔਰ ਕਹਿੰਦਾ ਕਿ ਇਹੀ ਦੁਆ ਕਰੋ ਕਿ ਇਸ ਧਰਤੀ ਦੇ ਉੱਪਰ ਕਦੀ ਵੀ ਐਸਾ ਸਮਾਂ ਨਾ ਆਵੇ ਕਿ ਇੱਥੇ ਬੁਰੀ ਸੋਚ ਵਾਲੇ, ਬੁਰੇ ਕੰਮ ਕਰਨ ਵਾਲੇ, ਅਵਗੁਣਾ ਵਾਲੇ ਲੋਕ ਪੈਦਾ ਹੋਣ। ਹਮੇਸ਼ਾ ਗੁਣਵਾਨ ਚੰਗੇ ਲੋਕ ਹੀ ਪੈਦਾ ਹੋਣ, ਜੋ ਇਸ ਪੂਰੇ ਵਿਸ਼ਵ ਨੂੰ, ਪੂਰੀ ਦੁਨੀਆ ਨੂੰ ਸੂਰਜ ਵਾਂਗ ਰੌਸ਼ਨੀ ਦੇ ਕੇ ਸਹੀ ਰਸਤਾ ਦਿਖਾਉਣ ਦਾ ਕੰਮ ਕਰਨ, ਚਾਨਣ ਮੁਨਾਰੇ ਬਣਨ ਦਾ ਕੰਮ ਕਰਨ। ਅੱਗੇ ਕਵੀ ਕਹਿੰਦਾ ਹੈ ਕਿ ਰੱਬ ਦੇ ਘਰ ਤੋਂ ਅੰਜੁਮ ਆਈ ਇਹ ਚਿੱਠੀ ਹੈ, ਇਹਨੂੰ ਮੈਲੀ ਨਾ ਕਰਨਾ ਮੇਰੇ ਪੰਜਾਬ ਦੀ ਮਿੱਟੀ ਹੈ। ਅੰਜੁਮ ਤੋਂ ਕੀ ਭਾਵ ਹੈ? ਇਹ ਕਵੀ ਦਾ ਨਾਮ ਹੈ, ਜਿਨ੍ਹਾਂ ਨੇ ਕਵਿਤਾ ਲਿਖੀ ਹੈ। ਉਹ ਆਪਣਾ ਨਾਮ ਵਿੱਚ ਦਰਜ ਕਰਦੇ ਹੋਏ ਕਹਿ ਰਹੇ ਹਨ ਕਿ ਇਹ ਜੋ ਰੱਬ ਦੇ ਘਰੋਂ ਆਈ ਚਿੱਠੀ ਹੈ, ਚਿੱਠੀ ਭਾਵ ਕੀ ਹੁੰਦਾ? ਚਿੱਠੀ 'ਚ ਕੀ ਆਉਂਦਾ ਹੈ? ਸੰਦੇਸ਼ ਆਉਂਦਾ ਹੈ, ਕੋਈ ਨਾ ਕੋਈ ਮੈਸੇਜ ਆਉਂਦਾ ਹੈ। ਕਹਿੰਦੇ ਰੱਬ ਦੇ ਘਰੋਂ ਇਹ ਮੈਸੇਜ ਆਇਆ ਹੈ, ਇਹ ਸੰਦੇਸ਼ ਆਇਆ ਹੈ, ਇਹ ਚਿੱਠੀ ਆਈ ਹੈ ਕਿ ਹੇ ਲੋਕੋ, ਇੱਥੋਂ ਦੇ ਵਸਣ ਵਾਲੇ ਲੋਕੋ, ਇਸ ਧਰਤੀ ਨੂੰ, ਇਸ ਮਿੱਟੀ ਨੂੰ, ਇੱਥੋਂ ਦੀ ਨੂੰ ਮੈਲੀ ਨਾ ਕਰਨਾ। ਇਹ ਮੇਰੇ ਪੰਜਾਬ ਦੀ ਮਿੱਟੀ ਹੈ। ਕਿ ਪਰਮਾਤਮਾ ਵੀ ਇਹ ਚਾਹੁੰਦਾ ਕਿ ਇੱਥੋਂ ਦੇ ਲੋਕ ਹੱਸਦੇ ਵਸਦੇ ਰਹਿਣ, ਗੁਣਾ ਭਰਪੂਰ ਹੋਣ, ਅਵਗੁਣਾ ਤੋਂ ਦੂਰ ਰਹਿਣ, ਚੰਗੀ ਸੋਚ ਵਾਲੇ, ਮਿਲ ਜੁਲ ਕੇ ਪ੍ਰੇਮ ਪਿਆਰ ਨਾਲ ਰਹਿਣ ਵਾਲੇ ਹੋਣ। ਤੇ ਇਹੀ ਪਰਮਾਤਮਾ ਵੀ ਚਾਹੁੰਦਾ ਹੈ, ਇਹੀ ਉਹਨਾਂ ਦਾ ਪਰਮਾਤਮਾ ਦਾ ਸੰਦੇਸ਼ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਵਿਤਾ ਸਮਝ ਆ ਗਈ ਹੋਣੀ ਹੈ। ਤੇ ਆਓ ਹੁਣ ਫਿਰ ਆਪਾਂ ਇਸ ਦਾ ਅਭਿਆਸ ਵੀ ਨਾਲੋਂ ਨਾਲ ਕੰਪਲੀਟ ਕਰ ਲਈਏ। ਤੇ ਇਹਦੇ ਵਿੱਚ ਪਹਿਲਾਂ ਕੁਝ ਪ੍ਰਸ਼ਨ ਨੇ, 3 ਪ੍ਰਸ਼ਨ ਨੇ ਕੁੱਲ ਦਿੱਤੇ ਹੋਏ। ਪਹਿਲਾ ਹੈ, ਇਸ ਕਵਿਤਾ ਵਿੱਚ ਕਿਸ ਪ੍ਰਾਂਤ ਦਾ ਜ਼ਿਕਰ ਹੈ? ਇਟਸ ਅ ਵੈਰੀ ਸਿੰਪਲ ਕੁਐਸਚਨ। ਕਿਹੜੇ ਪ੍ਰਾਂਤ ਦੀ ਗੱਲ ਕਰ ਰਹੇ ਹਾਂ ਆਪਾਂ? ਓਬਵੀਅਸਲੀ ਪੰਜਾਬ ਦੀ ਮਿੱਟੀ, ਤਾਂ ਪੰਜਾਬ ਪ੍ਰਾਂਤ ਦੀ ਗੱਲ ਹੋ ਰਹੀ ਹੈ। ਤਾਂ ਇਹਦਾ ਆਨਸਰ ਕੀ ਹੈ? ਪੰਜਾਬ। ਅੱਗੇ ਪੰਜਾਬ ਦੀ ਮਿੱਟੀ ਕਵਿਤਾ ਦਾ ਕਵੀ ਕੌਣ ਹੈ? ਜੋ ਆਪਾਂ ਸਭ ਤੋਂ ਪਹਿਲਾਂ ਜਾਣਿਆ ਕਿ ਸਰਦਾਰ ਅੰਜੁਮ ਇਸ ਕਵਿਤਾ ਦੇ ਕਵੀ ਹਨ। ਤੀਜਾ ਹੈ, ਭਾਵ ਅਰਥ ਲਿਖੋ। ਇਹ ਮਿੱਟੀ ਤਾਂ ਘਰ ਘਰ ਜਾ ਕੇ ਪਿਆਰ ਦਾ ਬੂਟਾ ਲਾਵੇ। ਇਸ ਤੋਂ ਕੀ ਭਾਵ ਹੈ? ਭਾਵ ਅਰਥ ਦਾ ਮਤਲਬ ਹੁੰਦਾ ਹੈ ਕਿ ਇਹਦਾ ਕੀ ਮਤਲਬ, ਮੀਨਿੰਗ ਕੀ ਹੈ, ਹਿਡਨ ਮੀਨਿੰਗ ਕੀ ਹੈ। ਇਸ ਸਤਰ ਦਾ ਭਾਵ ਅਰਥ ਕਿ ਇੱਥੋਂ ਦੇ ਜਿਹੜੇ ਲੋਕ ਨੇ ਉਹ ਹਮੇਸ਼ਾ ਪ੍ਰੇਮ ਪਿਆਰ ਵਾਲੇ, ਮਿੱਠੇ ਸੁਭਾਅ ਦੇ ਲੋਕ ਹੁੰਦੇ ਹਨ ਅਤੇ ਜਿੱਥੇ ਵੀ ਜਾਂਦੇ ਹਨ ਪਿਆਰ ਹੀ ਵੰਡਦੇ ਹਨ ਤੇ ਪਿਆਰ ਦਾ ਹੀ ਬੂਟਾ ਲਾਉਂਦੇ ਹਨ, ਭਾਵ ਕਿ ਦੂਜਿਆਂ ਨੂੰ ਵੀ ਪਿਆਰ ਕਰਨਾ ਹੀ ਸਿਖਾਉਂਦੇ ਹਨ। ਸੋ ਇਹ ਸੀ ਤੁਹਾਡਾ ਪਹਿਲਾ ਪਾਠ, ਪੰਜਾਬ ਦੀ ਮਿੱਟੀ ਕਵਿਤਾ। ਤੇ ਇਸ ਕਵਿਤਾ ਨੂੰ ਬੱਚਿਓ ਤੁਸੀਂ ਹੁਣ ਆਪਣੇ ਹਿਸਾਬ ਨਾਲ ਰੀਡ ਕਰਨਾ ਹੈ ਲੈਅ ਦੇ ਵਿੱਚ। ਮੈਂ ਕੋਸ਼ਿਸ਼ ਕੀਤੀ ਹੈ, ਪਹਿਲਾਂ ਤੁਹਾਨੂੰ ਇੱਕ ਵਾਰੀ ਰੀਡ ਕਰਕੇ ਦੱਸਿਆ ਹੈ, ਤੇ ਤੁਸੀਂ ਇਹਨੂੰ ਵੱਖਰੇ ਢੰਗ ਨਾਲ ਵੀ ਰੀਡ ਕਰ ਸਕਦੇ ਹੋ, ਜਿਵੇਂ ਤੁਹਾਨੂੰ ਠੀਕ ਲੱਗੇ। ਬੱਚਿਓ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਪਾਠ ਸਮਝ ਆ ਗਿਆ ਹੋਵੇਗਾ, ਪਰ ਫਿਰ ਵੀ ਜੇ ਤੁਹਾਨੂੰ ਕਿਸੇ ਸ਼ਬਦ ਦੇ ਅਰਥ ਸਮਝ ਵਿੱਚ ਨਾ ਆਏ ਹੋਣ ਜਾਂ ਮੇਰੀ ਦੱਸੀ ਹੋਈ ਕੋਈ ਗੱਲ ਸਮਝ ਦੇ ਵਿੱਚ ਨਾ ਆਈ ਹੋਵੇ, ਤਾਂ ਤੁਸੀਂ ਆਪਣੇ ਪ੍ਰਸ਼ਨ ਨੂੰ, ਆਪਣੀ ਕੁਐਰੀ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਲਿਖ ਦੇਣਾ ਹੈ, ਤਾਂ ਜੋ ਤੁਹਾਡੇ ਜੋ ਵੀ ਇਸ ਪਾਠ ਦੇ ਸੰਬੰਧੀ ਪ੍ਰਸ਼ਨ ਹੋਣਗੇ ਉਹਨਾਂ ਸਭ ਉੱਤੇ ਫੋਕਸ ਕਰਦੇ ਹੋਏ ਇੱਕ ਛੋਟੀ ਜਿਹੀ ਵੀਡੀਓ ਬਣਾ ਕੇ ਤੁਹਾਨੂੰ ਹੋਰ ਸੈਂਡ ਕਰ ਦਿੱਤੀ ਜਾਏਗੀ, ਤਾਂ ਜੋ ਤੁਸੀਂ ਇਸ ਪਾਠ ਨੂੰ ਚੰਗੀ ਤਰ੍ਹਾਂ ਸਮਝ ਸਕੋ। ਸੋ ਜਦੋਂ ਤੁਸੀਂ ਇਸ ਲੈਸਨ ਨੂੰ ਸੁਣਨਾ ਹੈ, ਉਸ ਵੇਲੇ ਇੱਕ ਕਾਪੀ ਔਰ ਪੈਨ ਆਪਣੇ ਨਾਲ ਰੱਖ ਲੈਣਾ ਹੈ, ਤਾਂ ਜੋ ਵੀ ਤੁਹਾਡੀ ਕੁਐਰੀ ਹੋਵੇ, ਜੋ ਚੀਜ਼ ਪਰ ਸਮਝ ਨਾ ਲੱਗੀ ਹੋਵੇ, ਉਹਨੂੰ ਨਾਲ ਦੀ ਨਾਲ ਨੋਟ ਕਰਦੇ ਰਹੋ। ਤੁਹਾਡਾ ਦਿਨ ਸ਼ੁਭ ਰਹੇ। ਧੰਨਵਾਦ।